ਤੁਸੀਂ ਮੈਨੂੰ ਦੱਸੋ ਨਾ ਕਿ ਕਰੋਨਾ ਪਾਕਟਸ ਵਿੱਚ ਥੋੜੋ ਆ, ਕਰੋਨਾ ਕੋਈ ਕਿਸੇ ਲੋਕਰਸ ਵਿੱਚ ਥੋੜੋ ਬੰਦ ਹੈ ਕਿ ਇਸ 'ਚ ਹੈਗਾ ਇਸ 'ਚ ਨਹੀਂਗਾ। ਅਗਰ ਬਿਹਾਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਇਕੱਠ ਹੋ ਸਕਦੇ ਤਾਂ ਉੱਥੇ ਕਰੋਨਾ ਨਹੀਂਗਾ। ਹਰਿਆਣੇ ਦੇ ਵਿੱਚ ਜਿਮਨੀ ਚੋਣ ਹੋਈ ਆ, ਬੜੌਦਾ ਦੇ ਵਿੱਚ ਉੱਥੇ ਕਰੋਨਾ ਨਹੀਂਗਾ। ਸਾਰੇ ਦੇਸ਼ ਵਿੱਚ ਜਿਮਨੀ ਚੋਣਾਂ ਹੋਈਆਂ, ਹਜ਼ਾਰਾਂ ਲੱਖਾਂ ਦੇ ਇਕੱਠ ਹੋਏ, ਉੱਥੇ ਕਰੋਨਾ ਨਹੀਂਗਾ। ਤੇ ਇਕੱਲੇ ਦਿੱਲੀ ਵਿੱਚ ਕਰੋਨਾ ਆ ਗਿਆ ਵਾ। ਵਿਧਾਨ ਸਭਾ ਦੇ ਵਿੱਚ 115 MLAs ਨੇ ਸਮਰਥਨ ਦੇ ਦਿੱਤਾ ਸੀਗਾ, ਮਤਾ ਵੀ ਪਾਸ ਕਰਤਾ ਸੀ, ਕਾਨੂੰਨ ਪਾਸ ਕਰਤਾ ਸੀ। ਉਸ ਤੋਂ ਬਾਅਦ ਗਵਰਨਰ ਪੰਜਾਬ ਦੇ ਕੋਲ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਾਏ ਸੀਗੇ। ਉਸ ਤੋਂ ਬਾਅਦ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਯੂ ਟਰਨ ਲਿਆ ਉਹ ਸ਼ੋਭਦਾ ਨਹੀਂਗਾ। ਕਦੀ ਕਿਸਾਨਾਂ ਦੇ ਸੰਘਰਸ਼ ਨੂੰ ਵਿਚੋਲੀਆਂ ਦਾ ਸੰਘਰਸ਼ ਕਹਿੰਦੇ ਆ, ਕਦੀ ਹੁੱਲੜਬਾਜ਼ ਕਹਿੰਦੇ ਨੇ, ਕਦੀ ਕਹਿੰਦੇ ਨੇ ਨਕਸਲਵਾਦੀ ਬੈਠੇ ਨੇ। ਜਿਹੜੇ ਲੋਕਾਂ ਨੇ ਪੰਜਾਬ ਔਰ ਇਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ, ਉਹਨਾਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਬੀਜੇਪੀ ਨੂੰ ਸ਼ੋਭਦਾ ਨਹੀਂਗਾ। ਜਿਹੜੀ ਬੀਜੇਪੀ ਕੇਂਦਰ ਦੀ ਸਰਕਾਰ ਸਾਡੇ ਨਾਲ ਬਦਲਾਖੋਰੀ ਤੇ ਉਤਰੀ ਹੋਈ ਆ, ਸਾਡੀਆਂ ਟ੍ਰੇਨਸ ਬੰਦ ਕਰਤੀਆਂ, ਸਾਡੀਆਂ ਖਾਦਾਂ ਰੋਕ ਦਿੱਤੀਆਂ। ਅੱਜ ਯੂਰੀਆ 270 ਰੁਪਏ ਦਾ ਬੋਰਾ 450 ਰੁਪਏ ਨੂੰ ਬਲੈਕ ਵਿੱਚ ਪੰਜਾਬ 'ਚ ਵਿਕ ਰਿਹਾ ਵਾ। ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ? ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ 1100 ਕਰੋੜ ਰੁਪਇਆ ਰੋਕਿਆ ਹੋਇਆ। ਇਹ ਕੀ ਇੱਥੋਂ ਕੀ ਨਜ਼ਰ ਆਉਂਦਾ ਸਾਨੂੰ? ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ 26 ਤੇ 27 ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਦਿੱਲੀ ਵਿਖੇ ਧਰਨਾ, ਰੋਸ ਧਰਨਾ ਮੁਜ਼ਾਹਰਾ ਹੈ, ਜਿੱਥੇ ਅਸੀਂ ਆਪ ਤਾਂ ਜਾਵਾਂਗੇ ਸਾਰੇ। ਅਸੀਂ ਆਪਣੀ ਪਾਰਟੀ ਦੇ ਸਮੂਹ ਵਰਕਰ ਸਹਿਬਾਨ, ਜਿੰਨੇ ਵੀ ਸਾਡੇ ਸ਼ੁਭ ਚਿੰਤਕ ਨੇ, ਉਹਨਾਂ ਸਭ ਨੂੰ ਸੁਨੇਹੇ ਲਾ ਕੇ ਇਸ ਰੋਸ ਮੁਜ਼ਾਹਰੇ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਦਾ ਉਪਰਾਲਾ ਕਰਾਂਗੇ। ਇਸ ਦੇ ਨਾਲ ਹੀ ਮੇਰੀ ਪੰਜਾਬ ਦੇ ਸਮੂਹ ਜਿਹੜੇ ਪੰਜਾਬ 'ਚ ਜਿੰਨੇ ਵੀ ਅਖਲਾਕੀ ਲੋਕ ਨੇ, ਜਿਹੜੇ ਸਮਝਦੇ ਨੇ ਕਿ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਆ, ਬੀਜੇਪੀ ਦੀ ਸਰਕਾਰ ਵਿਤਕਰਾ ਕਰ ਰਹੀ ਆ, ਬੀਜੇਪੀ ਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਆ, ਪੰਜਾਬ ਦਾ ਲੱਕ ਤੋੜਨਾ ਚਾਹੁੰਦੀ ਆ, ਉਹਨਾਂ ਸਭ ਦਾ ਇਹ ਨੈਤਿਕ ਫਰਜ਼ ਹੈ ਕਿ ਆਪਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਕਾਲ ਦਾ ਪੂਰਾ ਸਮਰਥਨ ਕਰੀਏ। ਉੱਥੇ ਆਪ ਪਹੁੰਚ ਕੇ ਜਿੰਨਾ ਵੀ ਮਦਦ ਕਰ ਸਕਦੇ, ਸ਼ਮੂਲੀਅਤ ਕਰ ਸਕਦੇ ਆ, ਉਹਦੇ ਨਾਲ ਪੰਜਾਬ ਦਾ ਜਿਹੜਾ ਪੱਖ ਹੈਗਾ ਉਹ ਨਾ ਸਿਰਫ ਦੇਸ਼ ਵਿੱਚ ਬਲਕਿ ਸਾਰੇ ਵਿਸ਼ਵ ਦੇ ਵਿੱਚ ਇਹ ਇੱਕ ਵੱਡਾ ਸੁਨੇਹਾ ਜਾਵੇਗਾ ਕਿ ਪੰਜਾਬ ਹਮੇਸ਼ਾ ਦੀ ਤਰ੍ਹਾਂ ਕਿਸੇ ਵੀ ਜ਼ੁਲਮ ਦੇ ਖਿਲਾਫ, ਕਿਸੇ ਵੀ ਬੇਇਨਸਾਫੀ ਦੇ ਖਿਲਾਫ ਇਕਮੁੱਠ ਹੋ ਕੇ ਲੜਨ ਵਾਸਤੇ ਤਿਆਰ ਹੈ। ਔਰ ਮੈਨੂੰ ਥੋੜਾ ਜਿਹਾ ਅਫਸੋਸ ਸੀਗਾ ਕਿ ਜਦੋਂ ਵਿਧਾਨ ਸਭਾ ਦੇ ਵਿੱਚ 115 MLAs ਨੇ ਸਮਰਥਨ ਦੇ ਦਿੱਤਾ ਸੀਗਾ, ਮਤਾ ਵੀ ਪਾਸ ਕਰਤਾ ਸੀ, ਕਾਨੂੰਨ ਪਾਸ ਕਰਤਾ ਸੀ। ਉਸ ਤੋਂ ਬਾਅਦ ਗਵਰਨਰ ਪੰਜਾਬ ਦੇ ਕੋਲ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਾਏ ਸੀਗੇ। ਉਸ ਤੋਂ ਬਾਅਦ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਯੂ ਟਰਨ ਲਿਆ ਉਹ ਸ਼ੋਭਦਾ ਨਹੀਂਗਾ। ਉਹਦੇ ਨਾਲ ਪੰਜਾਬ ਦੀ ਜਿਹੜੀ ਐਂ ਲੱਗਦਾ ਕਿ ਪੰਜਾਬ ਦੀਆਂ ਧਿਰਾਂ ਇਕਮੁੱਠ ਨਹੀਂ ਹਨ ਕਿਸਾਨ ਮੁੱਦਿਆਂ ਦੇ ਉੱਤੇ। ਠੀਕ ਹੈ, ਵੋਟਾਂ ਅਲੱਗ ਗੱਲ ਆ, ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ਤੇ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨਾਂ ਲੜਨੀਆਂ, ਪਰ ਅੱਜ ਇਲੈਕਸ਼ਨ ਦੀ ਗੱਲ ਨਹੀਂ ਗੀ। ਅੱਜ ਤਾਂ ਪੰਜਾਬ ਦੀ ਆਈਡੈਂਟੀਟੀ ਕ੍ਰਾਈਸਿਸ ਆ, ਪੰਜਾਬ ਦੀ ਹੋਂਦ ਖਤਰੇ ਵਿੱਚ ਪਾਈ ਆ ਮੋਦੀ ਸਾਹਿਬ ਦੀ ਸਰਕਾਰ ਨੇ। ਔਰ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ 1 ਲੱਖ ਕਰੋੜ ਦਾ ਕਰਜ਼ਈ ਆ, ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਮੁਸ਼ਕਲਾਂ ਦਾ ਦਰਪੇਸ਼ ਹਨ ਤੇ ਆਤਮ ਹੱਤਿਆ ਕਰ ਰਿਹਾ ਲਗਾਤਾਰ ਵੱਡੀ ਤਾਦਾਦ ਵਿੱਚ। ਜੇ ਕਿਸਾਨ ਹੀ ਨਾ ਬਚਿਆ, ਜੇ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਫਿਰ ਵੋਟਾਂ ਕਿੱਥੋਂ ਲਵਾਂਗੇ, ਕਿਹਦੇ ਕੋਲ ਮੰਗਣ ਜਾਵਾਂਗੇ ਆਪਾਂ? ਇਸ ਲਈ ਅੱਜ ਸਭ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ। ਔਰ ਮੈਂ ਬਲਕਿ ਦੇਖ ਰਿਹਾ ਹਾਂ ਕਿ ਕਾਫੀ ਸਾਰੀਆਂ ਪਾਰਟੀਆਂ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਵਰਕਰਸ ਨੂੰ ਉੱਥੇ ਭੇਜਾਂਗੇ ਔਰ ਕੋਈ ਕਿਸੇ ਤਰ੍ਹਾਂ ਦਾ ਝੰਡਾ ਪਾਰਟੀ ਦਾ ਇਸਤੇਮਾਲ ਨਹੀਂ ਕਰਾਂਗੇ। ਆਪਾਂ ਨੂੰ ਸਭ ਨੂੰ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕਾਨੂੰਨ ਬਣਾਏ ਨੇ ਸਾਰੇ ਕਿਸਾਨ ਵਿਰੋਧੀ ਬੀਜੇਪੀ ਸਰਕਾਰ ਨੇ, ਹੁਣ ਦੇਖੋ ਹਰ ਕਿਸਮ ਦਾ ਸੁਨੇਹਾ ਸ਼ਾਂਤਮਈ ਢੰਗ ਦੇ ਨਾਲ ਪੰਜਾਬੀਆਂ ਨੇ ਦੇ ਦਿੱਤਾ। ਕਿਸਾਨ ਜਥੇਬੰਦੀਆਂ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ, ਪਰ ਕਿਸੇ ਦੇ ਚੀਚੀ ਤੇ ਵੀ ਸੱਟ ਨਹੀਂ ਲੱਗਣ ਦਿੱਤੀ। ਇਸ ਨਾਲੋਂ ਅੱਛਾ ਤੇ ਇੱਕ ਪੀਸਫੁਲ ਸ਼ਾਂਤਮਈ ਐਜੀਟੇਸ਼ਨ ਨਹੀਂ ਹੋ ਸਕਦੀ ਕੋਈ ਵੀ। ਔਰ ਇਸ ਦੇ ਨਾਲ ਹੀ ਪੰਜਾਬ ਦੀ ਵਿਧਾਨ ਸਭਾ ਨੇ, ਜਿਹਦੀ 117 ਮੈਂਬਰਸ ਲਗਭਗ 3 ਕਰੋੜ ਲੋਕਾਂ ਦੀ ਤਰਜਮਾਨੀ ਕਰਦੇ ਆ, ਅਸੀਂ ਉੱਥੇ ਵੀ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਇਹ ਕਬੂਲ ਨਹੀਂਗੇ। ਪਰ ਇਹਦੇ ਬਾਵਜੂਦ ਬੀਜੇਪੀ ਬਜ਼ਿੱਦ ਆ ਔਰ ਇੱਕ ਕਿਸਮ ਦੀ ਟਿਚਰਾਂ ਕਰਦੀ ਆ ਪੰਜਾਬ ਦੇ ਲੋਕਾਂ ਨੂੰ, ਜਾਂ ਉਹ ਇੱਕ ਸਬਕ ਸਿਖਾਉਣ ਦੀ ਨੀਤੀ ਤੇ ਉਤਰੇ ਹੋਏ ਨੇ। ਕਦੀ ਕਿਸਾਨਾਂ ਦੇ
ਸੰਘਰਸ਼ ਨੂੰ ਵਿਚੋਲੀਆਂ ਦਾ ਸੰਘਰਸ਼ ਕਹਿੰਦੇ ਆ, ਕਦੀ ਹੁੱਲੜਬਾਜ਼ ਕਹਿੰਦੇ ਨੇ, ਕਦੀ ਕਹਿੰਦੇ ਨੇ ਨਕਸਲਵਾਦੀ ਬੈਠੇ ਨੇ। ਜਿਹੜੇ ਲੋਕਾਂ ਨੇ ਪੰਜਾਬ ਔਰ ਇਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ, ਉਹਨਾਂ ਨੂੰ ਇਹ ਇਸ ਤਰ੍ਹਾਂ ਦਾ ਵਿਵਹਾਰ ਬੀਜੇਪੀ ਨੂੰ ਸ਼ੋਭਦਾ ਨਹੀਂਗਾ। ਪੰਜਾਬ ਦੇ ਬਹਾਦਰ ਲੋਕ ਉਹ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਜੇਲ੍ਹਾਂ ਕੈਦਾਂ ਕੱਟੀਆਂ। ਔਰ ਇੱਥੇ ਹੀ ਬਸ ਨਹੀਂ, ਭਾਰਤ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਘਰ ਪਾਕਿਸਤਾਨ ਤੋਂ ਜਾਇਦਾਦਾਂ ਉਜਾੜ ਕੇ, ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਾ ਕੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਪੋਸਟ ਇੰਡੀਪੈਂਡੈਂਸ during the last 73 years there is no field where Punjabis have not contributed, ਚਾਹੇ ਉਹ ਖੇਤੀ ਦੀ ਆਪਾਂ ਕਹਿ ਸਕਦੇ ਹਾਂ ਕਿ ਟ੍ਰੇਡ ਹੋਵੇ, ਚਾਹੇ ਉਹ ਫੌਜਾਂ ਵਿੱਚ ਜਾ ਕੇ ਬਾਰਡਰਾਂ ਦੇ ਉੱਤੇ ਰਾਖੀ ਕਰਨੀ ਹੋਵੇ। ਅੱਜ ਵੀ ਚੀਨ ਨਾਲ ਪਿੱਛੇ ਲੜਾਈ ਹੋਈ, 20 ਨੌਜਵਾਨ ਮਾਰੇ ਗਏ ਸੀ, ਉਹਨਾਂ ਚੋਂ 4 ਨੌਜਵਾਨ ਪੰਜਾਬ ਦੇ ਸੀਗੇ। ਆਬਾਦੀ ਸਾਡੀ 1.5 ਪੈਸੇ ਆ, ਕੰਟਰੀਬਿਊਸ਼ਨ ਸਾਡੀ 25 ਪੈਸੇ ਆ, ਇਨ ਸੋ ਫਾਰ defending the borders of this country are concerned. Similarly, ਖੇਡਾਂ ਵਿੱਚ ਵੱਡੇ ਵੱਡੇ ਤਮਗੇ ਜਿੱਤ ਕੇ 올림픽ਸ ਵਿੱਚ ਜਦੋਂ ਭਾਰਤ ਦਾ ਝੰਡਾ ਝੂਲਦਾ, ਉਹਦੇ ਸਾਰੇ ਦੇਸ਼ ਦਾ ਨਾਮ ਬਣਦਾ ਵਾ। ਇਸ ਲਈ ਜਿਹੜਾ ਰਵੱਈਆ ਕੇਂਦਰ ਦੀ ਸਰਕਾਰ ਨੇ ਪੰਜਾਬ ਪ੍ਰਤੀ ਅਪਣਾਇਆ ਵਾ, ਉਹ ਮੈਂ ਸਮਝਦਾ ਕਿ ਐਂ ਲੱਗਦਾ ਵਾ ਜਿੱਦਾਂ ਪੰਜਾਬ ਕੋਈ ਇਸ ਦੇਸ਼ ਦਾ ਸੂਬਾ ਨਹੀਂ ਗਿਣਦੇ, ਉਹ ਇਹਨੂੰ ਇੱਕ ਦੁਸ਼ਮਣ ਦੇਸ਼ ਦਾ ਸੂਬਾ ਗਿਣੀ ਬੈਠੇ ਨੇ। ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀਆਂ ਨੇ, ਕਿਸਾਨਾਂ ਨੇ ਖਾਸ ਤੌਰ ਤੇ, ਦੇਖੋ ਹਰੀ ਕ੍ਰਾਂਤੀ ਦੇ ਨਾਮ ਤੇ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਦੀ ਖਾਤਰ ਆਪਣਾ ਸਭ ਕੁਝ ਤਬਾਹ ਕਰਾ ਲਿਆ। ਅੱਜ ਅਸੀਂ ਭਾਰਤ ਨੂੰ ਫੂਡ ਵਿੱਚ ਸੈਲਫ ਸਫੀਸ਼ੀਐਂਟ ਤਾਂ ਬਣਾਤਾ ਵਾ, ਪਰ ਪੰਜਾਬ ਦੀ ਜ਼ਰਖੇਜ਼ ਧਰਤੀ, ਪੰਜਾਬ ਦੀ ਜਿਹੜੀ ਜ਼ਮੀਨ ਆ, ਉਹ ਹਰੀ ਕ੍ਰਾਂਤੀ ਤੋਂ ਲੈ ਕੇ ਅੱਜ ਇੰਨੇ ਦਹਾਕਿਆਂ ਵਿੱਚ ਇੰਨੀਆਂ ਖਾਦਾਂ ਪਈਆਂ, ਇੰਨੀ ਕੀੜੇਮਾਰ ਦਵਾਈਆਂ ਪਈਆਂ, ਇੰਨੇ ਹੋਰ ਕੈਮੀਕਲਸ ਪਾਏ ਗਏ ਨੇ ਕਿ ਸਾਡੀ ਧਰਤੀ ਤਬਾਹ ਹੋ ਚੁੱਕੀ ਹੈ। ਸਾਡੀ ਧਰਤੀ ਦਾ ਹੇਠਲਾ ਪਾਣੀ ਇਹ ਸਾਰੇ ਕੈਮੀਕਲਸ ਤੇ ਪੈਸਟੀਸਾਈਡਸ ਤੇ ਇਨਸੈਕਟੀਸਾਈਡਸ ਤੇ ਫਰਟੀਲਾਈਜ਼ਰਸ ਦੇ ਕਰਕੇ ਸਾਰਾ ਪਾਣੀ ਪੋਇਜ਼ਨਸ, ਜ਼ਹਿਰੀਲਾ ਹੋ ਚੁੱਕਾ ਵਾ। ਔਰ ਇਸ ਜ਼ਹਿਰੀਲੇ ਪਾਣੀ ਦੀ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੈਂਸਰ ਫੈਲਿਆ ਹੋਇਆ, ਹੈਪੇਟਾਈਟਿਸ ਫੈਲਿਆ, ਵਾਟਰਬੋਰਨ ਡਿਜ਼ੀਜ਼ਸ ਫੈਲੇ ਹੋਏ ਨੇ। ਇਹ ਸਾਡੀ ਦੇਣ ਇਸ ਦੇਸ਼ ਨੂੰ ਅਨਾਜ ਵਿੱਚ ਮੋਹਰੇ ਲੈ ਕੇ ਆਉਣ ਦੀ ਉਪਰਾਲਾ ਸੀਗਾ। ਠੀਕ ਹੈ, ਸਾਡੇ ਤੇ ਪਹਿਲਾਂ ਵੀ ਬਹੁਤ ਹਮਲੇ ਹੋਏ ਨੇ, ਸਾਡੇ ਤੇ ਅਬਦਾਲੀਆਂ, ਦੁਰਾਨੀਆਂ, ਮੁਗਲਾਂ ਦੇ ਹਮਲੇ ਹੋਏ, ਅੰਗਰੇਜ਼ ਆਏ, ਉਹਨਾਂ ਨੇ ਵੀ ਐਕਸਪਲੋਇਟ ਕੀਤਾ ਸਾਰੇ ਭਾਰਤ ਨੂੰ, ਹਰ ਕਿਸਮ ਦੀ ਐਕਸਪਲੋਇਟੇਸ਼ਨ ਹੋਈ, ਪਰ ਸਾਡੇ ਕੁਦਰਤੀ ਸਰੋਤ ਕਦੀ ਖਰਾਬ ਨਹੀਂ ਸੀ ਹੋਏ। 73 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਪੰਜਾਬ ਦੇ ਕੁਦਰਤੀ ਸਰੋਤ ਖਰਾਬ ਹੋਏ ਨੇ। ਸੋ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਜਿਹੜੀ ਬੀਜੇਪੀ ਕੇਂਦਰ ਦੀ ਸਰਕਾਰ ਸਾਡੇ ਨਾਲ ਬਦਲਾਖੋਰੀ ਤੇ ਉਤਰੀ ਹੋਈ ਆ, ਸਾਡੀਆਂ ਟ੍ਰੇਨਸ ਬੰਦ ਕਰਤੀਆਂ, ਸਾਡੀਆਂ ਖਾਦਾਂ ਰੋਕ ਦਿੱਤੀਆਂ। ਅੱਜ ਯੂਰੀਆ 270 ਰੁਪਏ ਦਾ ਬੋਰਾ 450 ਰੁਪਏ ਨੂੰ ਬਲੈਕ ਵਿੱਚ ਪੰਜਾਬ 'ਚ ਵਿਕ ਰਿਹਾ ਵਾ। ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ? ਕਣਕ ਨਹੀਂ ਬੀਜੀ ਜਾ ਰਹੀ ਪੂਰੀ, ਸਾਡੇ ਕੋਲਾ ਰੋਕ ਦਿੱਤਾ। ਕੀ ਕੇਂਦਰ ਸਰਕਾਰ ਪੰਜਾਬ ਨੂੰ ਆਪਣਾ ਸੂਬਾ ਨਹੀਂ ਸਮਝਦੀ? ਕੀ ਇਹ ਫੈਡਰਲ ਢਾਂਚੇ ਵਿੱਚ ਸਟੇਟਾਂ ਦਾ ਕੋਈ ਅਧਿਕਾਰ ਨਹੀਂਗਾ? ਸਾਡਾ 10,000 ਕਰੋੜ ਰੁਪਇਆ GST ਦਾ ਰੋਕ ਦਿੱਤਾ, ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ 1100 ਕਰੋੜ ਰੁਪਇਆ ਰੋਕਿਆ ਹੋਇਆ। ਇਹ ਕੀ ਇੱਥੋਂ ਕੀ ਨਜ਼ਰ ਆਉਂਦਾ ਸਾਨੂੰ? ਸਾਨੂੰ ਇਹ ਨਜ਼ਰ ਆਉਂਦਾ ਵਾ ਕਿ ਸਾਡੇ ਤੇ ਉਲਟਾ ਹਮਲਾ। ਮੰਗਦੇ ਤਾਂ ਅਸੀਂ ਆ, ਕਿਸਾਨ ਸੰਘਰਸ਼ ਤੇ ਐਜੀਟੇਸ਼ਨ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਬਜਾਏ ਉਹਨਾਂ ਦੀਆਂ ਮੰਗਾਂ ਮੰਨਣ ਦੇ ਕੇਂਦਰ ਸਰਕਾਰ ਨੇ ਸ਼ਰਤਾਂ ਰੱਖਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਜ਼ਰੂਰੀ ਵਸਤੂਆਂ ਦੀਆਂ ਟ੍ਰੇਨਾਂ ਤਾਂ ਚਲਾਵਾਂਗੇ, ਗੁੱਡਸ ਟ੍ਰੇਨਸ, ਜੇ ਤੁਸੀਂ ਪਹਿਲਾਂ ਪੈਸੇਂਜਰ ਟ੍ਰੇਨਸ ਚਲਾਓਗੇ। ਸਾਰੇ ਜਾਣਦੇ ਕਿ ਕੋਵਿਡ ਦੇ ਕਰਕੇ ਪਿਛਲੇ ਕਾਫੀ ਅਰਸੇ ਤੋਂ ਪੈਸੇਂਜਰ ਟ੍ਰੇਨਸ ਤਾਂ ਚੱਲ ਨਹੀਂ ਰਹੀਆਂ ਸੀ, ਪਰ ਇਹਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਠੀਕ ਫੈਸਲਾ ਲੈਂਦੇ ਆ, ਉਹਨਾਂ ਨੇ ਕਿਹਾ ਕਿ ਅਸੀਂ ਰੇਲ ਟਰੈਕਸ ਖਾਲੀ ਕਰ ਦਿਆਂਗੇ, ਅਸੀਂ ਰੇਲਵੇ ਸਟੇਸ਼ਨ ਖਾਲੀ ਕਰ ਦਿਆਂਗੇ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ। ਇੱਥੇ ਹੀ ਬਸ ਨਹੀਂ, ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਮੰਗਾਂ ਦੇ ਵਿੱਚ ਸਵਾਮੀਨਾਥਨ ਕਮੇਟੀ ਰਿਪੋਰਟ ਮੰਗਣੀ ਚਾਹੀਦੀ ਹੈ, ਰਿਕਮੈਂਡੇਸ਼ਨਸ। ਜਿਹੜਾ ਕਣਕ ਤੇ ਝੋਨੇ ਦਾ MSP ਸਿਸਟਮ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਸਾਡੇ ਤੇ ਬਹਾਲ ਕਰੋ, ਇਸੇ ਨਹੀਂ ਤਾਂ ਸਾਨੂੰ 1 ਲੱਖ ਕਰੋੜ ਦਾ ਕਰਜ਼ਈ ਬਣਾਇਆ ਵਾ।
कणक च ते झोने के फसली चक्कर ने सानू 1 लाख करोड़ का करज़ई बनाया पंजाब नूं, आत्म हत्या दित्तियां। स्वामीनाथन कमेटी रिपोर्ट रिकमेंडेशन कांग्रेस सरकार वेले दी मेरे ख्याल पिछले 10 साल की उत्थे दिल्ली के किसी दफ्तरां विच धूड़ चट रही है। बीजेपी ने अपने इलैक्शन मैनीफेस्टो में कहा सीगा कि सानू तुसी वोट पाओ, असीं स्वामीनाथन कमेटी रिपोर्ट लागू करांगे। वो तो सानू की देनी सी, साडे तो जिहड़ा इस वक्त जो साडे रोजी रोटी सी वो भी खोई जा रही है। नौजवानों के मूहां चों बुरकियां खोई जा रही। पहला ही पंजाब दा नौजवान हताश होकर देशां विदेशों में भज चुका वा। इसलिए केंद्र सरकार नूं ये सारे गल नूं ठीक करना चाहिए और इम्तिहान नहीं लेना चाहिए सबर दा। केंद्र सरकार इम्तिहान लै रही है पंजाब के लोगों का, और अगर कल नूं जो नीतियां अपना रही है केंद्र सरकार, अगर पंजाब के हालात किसी तरह ना अराजकता वाल जाते हैं, खराब होंदे ने, कोई किसी तरह का भन तोड़ होंदी है, ਉਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਬੀਜੇਪੀ ਤੇ ਕੇਂਦਰ ਦੀ ਸਰਕਾਰ ਹੋਵੇਗੀ। ਪੰਜਾਬ ਪਹਿਲਾਂ ਹੀ ਸੰਤਾਪ ਹਟਾ ਚੁੱਕਾ 80 ਦੇ ਦਹਾਕੇ ਦੇ ਵਿੱਚ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਹੌਲ ਖਰਾਬ ਹੋਵੇ। ਮੰਗਦੇ ਕੀ ਆ, ਸੰਵਿਧਾਨ ਦੇ ਵਿੱਚ ਰਹਿ ਕੇ ਆਪਣਾ ਅਧਿਕਾਰ ਮੰਗਦੇ ਆ, ਆਪਣਾ ਹੱਕ ਮੰਗ ਰਹੇ ਆ। ਇਸ ਲਈ ਇਹ ਹੱਕ ਸਾਨੂੰ ਮਿਲਣਾ ਚਾਹੀਦਾ। ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨਾਟ ਓਨਲੀ MSP, ਨਾਟ ਓਨਲੀ ਕਿ ਉਹ ਜਿਹੜੇ ਖੇਤੀ ਦੇ 3 ਕਾਨੂੰਨ ਨੇ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਜਿਹੜਾ ਕਿ ਫੈਡਰਲ ਢਾਂਚੇ ਤੇ ਬਹੁਤ ਵੱਡਾ ਡਾਕਾ ਵਾ। ਆਪੇ ਹੀ ਉੱਥੇ ਰੈਗੂਲੇਟਰ ਲਾਉਣਗੇ ਦਿੱਲੀ ਬੈਠੇ, ਆਪੇ ਹੀ ਸਾਡੀ ਬਿਜਲੀ ਦੇ ਰੇਟਾਂ ਦਾ ਜੋ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਰੇਟ ਟੈਰਿਫਸ ਹੋਣਗੇ ਉਹ ਦਿੱਲੀੋਂ ਤੈਅ ਹੋਇਆ ਕਰਨਗੇ। ਇਸੇ ਤਰ੍ਹਾਂ ਜਿਹੜਾ ਪਰਾਲੀ ਨੂੰ ਸਾੜਨ ਦਾ 1 ਕਰੋੜ ਰੁਪਇਆ ਜੁਰਮਾਨਾ ਤੇ ਬਹੁਤ ਡ੍ਰੇਕੋਨੀਅਨ ਯੂਆਪਾ ਟਾਈਪ ਲਾਅ ਲਾਇਆ ਕੇਂਦਰ ਸਰਕਾਰ ਨੇ, ਇਹ ਸਾਰੇ ਵਾਪਸ ਹੋਣੇ ਚਾਹੀਦੇ ਆ। ਔਰ ਮੈਂ समझदा कि फैडरल ढांचे नूं मजबूत करन तो बगैर ये देश सर्वाइव नहीं कर सकता। ये देश किसी एक वर्ग का, किसी एक धर्म का नहीं गा। इंडिया की जिहड़ी स्ट्रेंथ है वो की कहते होंगे कि यूनिटी इन डाइवर्सिटी। इस करके सारिਆਂ ਦਾ मान सत्कार करना चाहिए। बल्कि जम्मू कश्मीर के जिहड़े 2 टोटे कीते आ केंद्र सरकार ने वो गलत सीगे। 1 साल बाद भी 1 इंच भी जायदाद किसी बाहरले ने जाके जम्मू कश्मीर च नहीं लई। फायदा की सी इस गल का? सिर्फ उन्होंने आपां होर की कहते हैं कि चढ़ाया वा, उन्होंने आपां एक किस्म का टिचरा कीतियां ने। टिचरा नाल देश नहीं चल सकते। देश नहीं चलाउण, देश नूं चलाउण वास्ते सारियां नूं नाल लैके, सारियां दे जज्बातां दी कदर करके, उन्हां दीयां भावनावां दी कदर करके ताईं वो भारत मजबूत देश रह सकदा। अखीरली गल मैं कहना चाहुंदा कि पंजाब, सानूं अफसोस है कि साडे पंजाब दी लीडरशिप ने कभी भी पंजाब दे खेती दी मार्केट लभण दा उपराला नहीं किया। सब नूं पता सीगा कि पिछले तकरीबन घट्टो घट्ट मैं कह सकदा 25 साल तो कि कणक ते झोना इहदी सैचुरेशन पॉइंट आ चुका वा। इहदी प्रोडक्शन जिहड़ी आ हुण भारत नूं लोड़ नहीं, क्योंकि उन्हां दे कोल मध्य प्रदेश, बिहार, लार्जर पार्ट्स ऑफ उत्तर प्रदेश फसल बहुत होण लग गई आ। पंजाब दी लीडरशिप नूं अगर दूरअंदेश हुंदी, उन्हां नूं अज तो 25 साल पहलां खेती दे मार्केट्स अच्छियां ऑल्टरनेट क्रॉपिंग करके मार्केट्स लभ के ते किसानां नूं होर फसली चक्कर ते ला देना चाहिदा सीगा। अज पंजाब दरियाई पानी साडा पहला खुस चुका वा। 14 लाख ट्यूबवैल दे नाल पंजाब धरती हेठला पानी कढ रही है। और आपां सारे जानदे कि इसे स्पीड नाल पानी निकलदा रहा तां जिहड़ियां नासा दीयां सैटेलाइट्स या वैसे भी जिहड़े माहर ने वो दस रहे कि पंजाब एक बंजर धरती बनन जा रहा वा। इन्हां हालातां च मैं समझदा कि साडी लीडरशिप नूं अज तो 20-25 साल पहला क्रॉप डाइवर्सिफिकेशन कैप्टन अमरिंदर सिंह ने 2002 पहली बार चीफ मिनिस्टर बने क्रॉप डाइवर्सिफिकेशन का नारा दिता, लेकिन उत्थे छड़ दिता। इस वरे 2020 में जिहड़ा बजट साडा होया, बजट विच डाइवर्सिफिकेशन लई सिर्फ 100 करोड़ रुपया रखा गया। वैसे भी एग्रीकल्चर जिहड़ा एलोकेशन है एग्रीकल्चर सैक्टर नूं बजट पंजाब दे विच अगर आप GDP के हिसाब से कैलकुलेट करिए तो 0.3% तो भी घट आ। मतलब अद्धा पैसा 100 चो अद्धा पैसा भी एग्रीकल्चर जिहड़ा पंजाब नूं 25% योगदान पाउंदा, उहनूं एक रेवन्यू जनरेट करदा। एग्रीकल्चर वास्ते पंजाब सरकार ने पिछले इस माली साल विच GDP का सिर्फ 0.3% एलोकेशन की आ। 12,500 करोड़ रुपया ना काफ़ी चीज़ सीगी, जिहदे करके पंजाब जिहड़ा किसान वो होर मर रहा।
ਮਾਰਕੀਟਸ ਅਵੇਲੇਬਲ ਨੇ। ਇਹ ਨਹੀਂ ਕਿ ਮਾਰਕੀਟ ਅਵੇਲੇਬਲ ਨਹੀਂ, ਕਿ ਪਾਕਿਸਤਾਨ ਤੋਂ ਅਗਲਾ ਸੈਂਟਰਲ ਏਸ਼ੀਆ ਸਾਰਾ, ਚਾਹੇ ਉਹ ਅਫਗਾਨਿਸਤਾਨ ਹੈ, ਚਾਹੇ ਈਰਾਨ ਆ, ਚਾਹੇ ਉਹ ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਚਾਹੇ ਉਹ ਰਸ਼ੀਆ ਦਾ ਜਿਹੜਾ ਹਿੱਸਾ ਸਾਰਾ, ਇਹ ਸਾਰਾ ਜਿਹੜਾ ਭੁੱਖਮਰੀ ਆ, ਇਹਨਾਂ ਦੇ ਕੋਲ ਕੋਈ ਅਨਾਜ ਨਹੀਂਗਾ। ਇਹ ਸਾਰਾ ਆਪਣਾ ਅਨਾਜ ਜਾਂ ਤਾਂ ਅਫਰੀਕਾ ਤੋਂ ਮੰਗਵਾਉਂਦੇ ਨੇ ਜਾਂ ਸਾਊਥ ਅਮਰੀਕਾ, ਲੈਟਿਨ ਅਮਰੀਕਨ ਕੰਟਰੀਜ਼ ਤੋਂ ਮੰਗਵਾਉਂਦੇ ਨੇ। ਤੇ ਪੰਜਾਬ ਤਾਂ ਉਹਨਾਂ ਦੇ ਕੋਲ ਚੰਦ ਘੰਟਿਆਂ ਦੀ ਸੜਕੀ ਸਫ਼ਰ ਤੇ ਬੈਠਾ ਵਾ। ਇਸ ਲਈ ਸਮੂਹ ਪੰਜਾਬੀਆਂ ਨੂੰ ਉਹਦੇ ਚ ਇੰਡਸਟਰੀ ਦਾ ਬਹੁਤ ਫਾਇਦਾ ਹੋਵੇਗਾ, ਕਿਉਂਕਿ ਪੰਜਾਬ ਲੈਂਡਲੌਕਡ ਸਟੇਟ ਹੈ। ਪੰਜਾਬ ਦੇ ਕੋਲ ਕੋਈ ਬੰਦਰਗਾਹ ਨਹੀਂ ਗੀ। ਪੰਜਾਬ ਦੇ ਭਾਗ ਉਦੋਂ ਹੀ ਖੁੱਲਣੇ ਆ ਜਿੱਦਣ ਪੰਜਾਬ ਦਾ ਤੇ ਭਾਰਤ ਦਾ ਤੇ ਪਾਕਿਸਤਾਨ ਦਾ ਟ੍ਰੇਡ ਦਾ ਬਾਰਡਰ ਅੰਮ੍ਰਿਤਸਰ ਵਿਖੇ ਖੁੱਲੇਗਾ। ਕੱਲਾ ਪੰਜਾਬ ਨੂੰ ਫਾਇਦਾ ਨਹੀਂ ਹੋਵੇਗਾ ਔਰ ਕੱਲਾ ਕਿਸਾਨਾਂ ਨੂੰ ਫਾਇਦਾ ਨਹੀਂ ਹੋਵੇਗਾ, ਜ਼ਿਆਦਾ ਫਾਇਦਾ ਇੰਡਸਟਰੀ ਨੂੰ ਹੋਵੇਗਾ, ਹਿਮਾਚਲ ਨੂੰ ਫਾਇਦਾ ਹੋਵੇਗਾ, ਹਰਿਆਣੇ ਨੂੰ ਫਾਇਦਾ ਹੋਵੇਗਾ, ਰਾਜਸਥਾਨ ਨੂੰ ਫਾਇਦਾ ਹੋਵੇਗਾ, ਦਿੱਲੀ ਨੂੰ ਫਾਇਦਾ ਹੋਵੇਗਾ, ਜੰਮੂ ਕਸ਼ਮੀਰ ਨੂੰ ਫਾਇਦਾ ਹੋਵੇਗਾ। ਅਗਰ ਟ੍ਰੇਡ ਬਾਰਡਰ ਅੰਮ੍ਰਿਤਸਰ ਵਿਖੇ ਪੁਰਾਣਾ, ਜਿਹਨੂੰ ਕਦੀ ਸਿਲਕ ਰੂਟ ਕਿਹਾ ਜਾਂਦਾ ਸੀਗਾ, ਜਿਹੜਾ ਸਾਡੀ ਲਾਈਫਲਾਈਨ ਸੀਗੀ, ਉਹ ਜਿਹੜਾ ਹੈ ਖੁੱਲਿਆ ਜਾਣਾ ਚਾਹੀਦਾ। ਇਹਦੇ ਵਾਸਤੇ ਵੀ ਕਿਸਾਨ ਜਥੇਬੰਦੀਆਂ ਨੂੰ ਤੇ ਪੋਲੀਟੀਕਲ ਜਮਾਤ ਨੂੰ ਇਕੱਠੇ ਹੋ ਕੇ ਦਿੱਲੀ ਕੇਂਦਰ ਸਰਕਾਰ ਨਾਲ ਇਹਦੀ ਗੱਲਬਾਤ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ, ਪ੍ਰੈਸ਼ਰ ਬਿਲਡ ਕਰਨਾ ਚਾਹੀਦਾ, ਤਾਂ ਹੀ ਉਹ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸੰਕਟਾਂ ਤੋਂ ਖੇੜਾ ਛੁੱਟ ਸਕੇਗਾ। ਇਹ ਅੱਜ ਸਾਡੇ ਵਿਚਾਰ ਸੀ ਔਰ ਮੈਂ ਫਿਰ ਦੁਹਰਾ ਦਿੰਦਾ ਕਿ ਅਸੀਂ ਸਮੂਹ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਕਹਿੰਦੇ ਆ ਕਿ ਤਗੜੇ ਹੋ ਕੇ ਕਿਸਾਨਾਂ ਦੇ ਜਥੇਬੰਦੀਆਂ ਦਾ ਜਿਹੜਾ 26 ਤੇ 27 ਦਾ ਮੋਰਚਾ, ਇਹਨੂੰ ਤਗੜੇ ਹੋ ਕੇ ਫਤਿਹ ਕਰੋ। ਵਪਾਰ ਵੀ ਮਰਦਾ ਵਾ, ਕਿਉਂਕਿ ਪੰਜਾਬ ਦੀ ਐਗਰੇਰੀਅਨ ਇਕਨੋਮੀ ਅਗਰ ਡਿੱਗਦੀ ਆ, ਯਾਦ ਰਹੇ ਕਿ ਪਿੰਡੂ ਟ੍ਰੇਡ ਜਿੰਨਾ ਵੀ, ਚਾਹੇ ਕੱਪੜੇ ਦਾ ਟ੍ਰੇਡ ਹੈ, ਚਾਹੇ ਉਹ ਆਮ ਵਸਤੂਆਂ ਦਾ ਟ੍ਰੇਡ ਆ, ਚਾਹੇ ਉਹ ਆੜਤੀਆਂ ਦਾ ਟ੍ਰੇਡ ਆ, ਉਹ ਸਰਵਾਈਵ ਨਹੀਂ ਕਰ ਸਕਦਾ ਅਗਰ ਐਗਰੇਰੀਅਨ ਇਕਨੋਮੀ, ਆਰਥਿਕਤਾ ਜਿਹੜੀ ਸਾਡੀ ਖੇਤੀ ਦੀ ਖਰਾਬ ਹੁੰਦੀ ਆ। ਇਸ ਲਈ ਛੋਟੇ ਵਪਾਰੀ, ਮੱਧਮ ਵਪਾਰੀ ਸਭ ਨੂੰ ਉਪਰਾਲਾ ਕਰਕੇ ਕਿਸਾਨਾਂ ਦੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਚਾਹੀਦਾ। ਇਹ ਸਾਡਾ ਅੱਜ ਦਾ ਇਹ ਵਿਸ਼ਾ ਸੀਗਾ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਜੀ। ਕੈਨ ਯੂ ਆਫ ਦਾ ਜਸਟ 1 ਮਿੰਟ ਆਫ ਕਰ ਦਿਓ। 3 ਦਸੰਬਰ ਨੂੰ ਕਿਸਾਨਾਂ ਨੂੰ ਫਿਰ ਮਿਲਣ ਲਈ ਦਿੱਲੀ ਸੱਦਾ ਦਿੱਤਾ ਗਿਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸੱਦਾ 3 ਦਸੰਬਰ ਦੀ ਥਾਂ 25 ਨਵੰਬਰ ਨੂੰ ਹੋ ਜਾਣਾ ਚਾਹੀਦਾ ਕਿ ਕਿਸਾਨ ਜਿਹੜੇ ਆਪਣੇ ਮੋਰਚੇ ਤੇ ਦਿੱਲੀ ਜਾ ਰਹੇ ਨੇ, ਤੇ ਉਸ ਤੋਂ ਪਹਿਲਾਂ ਹੀ ਅਗਰ ਗੱਲਬਾਤ ਹੁੰਦੀ ਤਾਂ ਜ਼ਿਆਦਾ ਚੰਗਾ। ਦੇਖੋ, ਮੈਂ ਸਮਝਦਾ ਵਾਂ ਕਿ ਇੰਨੀ ਡਿਲੇ ਕਿਉਂ ਕੀਤੀ ਬੀਜੇਪੀ ਦੀ ਗਵਰਨਮੈਂਟ ਨੇ। ਕੇਂਦਰ ਸਰਕਾਰ ਇਸ ਮਸਲੇ ਨੂੰ ਅੱਛੀ ਤਰ੍ਹਾਂ ਸਮਝ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਆਪਣਾ ਪੱਖ ਬਹੁਤ ਸਾਫ਼ ਕਰਕੇ ਰੱਖਤਾ। ਪਹਿਲਾਂ ਕਿਸਾਨਾਂ ਦੀ ਤੋਹੀਨ ਕੀਤੀ ਦਿੱਲੀ ਬੁਲਾ ਕੇ, ਫਿਰ 18 ਨਵੰਬਰ ਇਨਕਨਕਲੂਸਿਵ ਮੀਟਿੰਗ ਕਰ ਦਿੱਤੀ। ਹੁਣ ਤੁਸੀਂ ਡੇਟ ਤੇ ਡੇਟ ਪਾ ਰਹੇ ਹੋ, ਤਰੀਕਾ ਪਾ ਰਹੇ ਹੋ। ਇਹ ਕੇਂਦਰ ਸਰਕਾਰ ਨੂੰ ਜਿੰਨੀ ਛੇਤੀ ਹੋ ਸਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਔਰ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ, ਕਿਉਂਕਿ ਪੰਜਾਬ ਜਿਹੜਾ ਵਾ ਇੱਕ ਬਾਰਡਰ ਸਟੇਟ ਆ। ਪੰਜਾਬ ਦਾ ਨੌਜਵਾਨ ਪਹਿਲਾਂ ਹੀ ਬਹੁਤ ਕੀ ਕਹਿੰਦੇ ਹੁੰਦੇ ਕਿ ਤਿਲ ਮਿਲਾਇਆ ਹੋਇਆ, ਡਿਸਇਲੂਸ਼ਨਡ ਆ, ਇਹ ਉਹ ਹਤਾਸ਼ ਆ। ਤੁਸੀਂ ਦੇਖੋਗੇ ਜਿੰਨੇ ਧਰਨੇ, ਜਿੰਨੇ ਸੜਕਾਂ ਤੇ ਬੈਠੇ ਨੇ ਲੋਕ ਸਾਰੇ ਜਾ ਕੇ, ਉਹਦੇ 'ਚ ਜ਼ਿਆਦਾ ਅਗਵਾਈ ਨੌਜਵਾਨ ਵਰਗ ਕਰ ਰਿਹਾ ਵਾ। ਇਸ ਲਈ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਕੇ ਬੀਜੇਪੀ ਦੀ ਸਰਕਾਰ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਜੀ। ਹਰਿਆਣਾ ਸਰਕਾਰ ਨੇ ਆਪਣੇ ਬਾਰਡਰ ਪੰਜਾਬ ਦੇ ਨਾਲ ਸੀਲ ਕਰਨ ਦਾ ਕਿਹਾ ਗਿਆ, ਦਿੱਲੀ ਬਾਰਡਰ ਤੇ ਖਾਸ ਤੌਰ ਤੇ ਚੈਕਿੰਗ ਕਰਨ ਲਈ ਕਿਹਾ ਗਿਆ। ਹੁਣੇ ਹਰਿਆਣਾ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਇਸ ਚੀਜ਼ ਦਾ। ਨਹੀਂ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸ਼ਾਂਤਮਈ ਐਜੀਟੇਸ਼ਨ ਨੂੰ ਅੱਜ ਸਾਡੇ ਦੇਸ਼ ਵਿੱਚ ਰੋਕਿਆ ਕਿਉਂ ਜਾ ਰਿਹਾ ਵਾ। ਸਾਡੇ ਸੰਵਿਧਾਨ ਵਿੱਚ ਫੰਡਾਮੈਂਟਲ ਰਾਈਟਸ ਨੇ, ਆਪਣੀ ਗੱਲ ਕਹਿਣ ਦਾ ਸਭ ਨੂੰ ਅਧਿਕਾਰ ਦਿੱਤਾ ਸੰਵਿਧਾਨ ਨੇ। ਔਰ ਅਗਰ ਕਿਸਾਨ ਦਿੱਲੀ ਚਲ ਜਾਣਗੇ, ਇਹਨਾਂ ਨੇ ਭੰਨਤੋੜ ਥੋੜੋ ਕਰਨੀ ਆ, ਕੋਈ ਇਹ ਕੋਈ ਹੁੱਲੜਬਾਜ਼ ਥੋੜੋ ਹੈਗੇ ਨੇ। ਇਹ ਤਾਂ ਆਪਣੀ ਗੱਲ ਪੀਸਫੁਲੀ ਰੱਖ ਰਹੇ ਨੇ। ਇਸ ਲਈ ਕਿ ਹਰਿਆਣਾ ਸਰਕਾਰ ਦਾ ਇਹ ਰਵੱਈਆ ਇਹ ਦੱਸਦਾ ਵਾ ਕਿ ਹੁਣ ਬੀਜੇਪੀ ਜਿਹੜੀ ਆ ਉਹ ਘਬਰਾਈ ਹੋਈ ਆ, ਉਹ ਤਾਨਾਸ਼ਾਹੀ ਤੇ ਉਤਰੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਲੱਖਾਂ ਕਿਸਾਨ ਦਿੱਲੀ ਵਿੱਚ ਪਹੁੰਚ ਗਏ ਤਾਂ ਫਿਰ ਅਸੀਂ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਕੀ ਮੂੰਹ ਦਿਖਾਵਾਂਗੇ, ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਵਾ ਉਹ ਤਾਂ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਕੋਈ ਗੱਲ ਹੀ ਨਹੀਂ ਕਰ ਰਹੀ। ਇਸ ਲਈ ਉਹ ਦਿੱਲੀੋਂ ਰੋਕਣਾ ਚਾਹ ਔਰ ਕਰੋਨਾ ਦਾ ਬਹਾਨਾ ਬਣਾ ਰਹੇ ਨੇ। ਬਹੁਤ ਸਾਰੇ ਜੋਕ ਸਰਕੂਲੇਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਬਿਹਾਰ ਦੀ ਇਲੈਕਸ਼ਨ ਵਿੱਚ ਲੱਖਾਂ ਦੇ ਇਕੱਠ ਹੋਏ, ਪ੍ਰਾਈਮ ਮਿਨਿਸਟਰ ਵੀ ਗਏ, ਸਾਰੀ ਬੀਜੇਪੀ ਲੀਡਰਸ਼ਿਪ ਗਈ, ਉੱਥੇ ਕਰੋਨਾ ਸੀਗਾ, ਉੱਥੇ ਕਰੋਨਾ ਹੈ ਨਹੀਂ ਸੀ, ਗੈਰ ਹਾਜ਼ਰ ਸੀਗਾ, ਛੁੱਟੀ ਤੇ ਗਿਆ ਹੋਇਆ ਸੀ ਕਰੋਨਾ। ਤੇ ਦਿੱਲੀ ਵਿੱਚ ਕਿਉਂਕਿ ਕਿਸਾਨਾਂ ਦਾ ਸੰਘਰਸ਼ ਆ, ਤੇ ਹੁਣ ਕਹਿੰਦੇ ਜੀ ਉੱਥੇ ਕਰੋਨਾ ਦੇ ਕਰਕੇ ਅਸੀਂ ਲੋਕਡਾਊਨ ਕਰਾਂਗੇ। ਕੇਜਰੀਵਾਲ ਦੀ ਸਰਕਾਰ ਵਾਸਤੇ ਵੀ ਮਾੜੀ ਗੱਲ ਆ,
ਇੱਕ ਪਾਸੇ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦਾ ਮਦਦ ਕਰਾਂਗੇ, ਅਸੀਂ ਉਹਨਾਂ ਦੇ ਹਿਤੈਸ਼ੀ ਆ। ਇੱਕ ਪਾਸੇ ਉਹ ਬੀਜੇਪੀ ਦੀ ਲਾਈਨ ਟੋ ਕਰਕੇ ਇਹ ਗੱਲ ਕਹਿ ਰਹੇ ਨੇ ਕਰੋਨਾ ਅਗਰ ਹੈ ਵੀ ਤਾਂ ਉਹ ਜਿਹੜਾ ਹੈ ਉਹ ਪੰਜਾਬ ਦੇ ਕਿਸਾਨ ਲੱਖਾਂ ਦੀ ਤਾਦਾਦ ਵਿੱਚ ਪਿਛਲੇ ਦਿਨਾਂ 'ਚ ਇਕੱਠੇ ਹੋਏ ਨੇ। ਇੱਥੇ ਤਾਂ ਕਿਸੇ ਦੇ ਕਰੋਨਾ ਹੈ ਨਹੀਂ ਸੀਗਾ। ਅਗਰ ਕਰੋਨਾ ਸਪਰੈਡ ਹੋ ਰਿਹਾ ਤਾਂ ਦਿੱਲੀ ਵੱਲ ਹੋ ਰਿਹਾ ਹੋਊਗਾ। ਕਿਸਾਨ ਦੇ ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ ਤਾਂ ਕਰੋਨਾ ਸਪਰੈਡ ਕਰਨ ਜਾ ਹੀ ਨਹੀਂ ਰਹੇ। ਔਰ ਅਗਰ ਹੈ ਵੀ ਕੋਈ, ਤੁਸੀਂ ਉਹਨਾਂ ਵਾਸਤੇ ਏਰੀਆ ਏਅਰ ਮਾਰਕ ਕਰ ਦਿਓ, ਰਾਮਲੀਲਾ ਗਰਾਊਂਡ ਏਅਰ ਮਾਰਕ ਕਰ ਦਿਓ ਕਿ ਤੁਸੀਂ ਇਹਦੇ ਤੋਂ ਬਾਹਰ ਜਾ ਕੇ ਰੋਸ ਪ੍ਰਦਰਸ਼ਨ, ਘੱਟੋ ਘੱਟ ਆਪਣੀ ਗੱਲ ਕਹਿਣ ਦਾ ਤਾਂ ਜਿਹੜਾ ਹੈ ਸਮਝਦਾ ਅਧਿਕਾਰ ਹੋਣਾ ਚਾਹੀਦਾ ਜੀ। ਨਹੀਂ, ਮੈਂ ਨਹੀਂ ਕਹਿੰਦਾ ਜਾਣਬੁੱਝ ਕੇ ਅਫਵਾਹ ਫੈਲਾ ਰਹੇ ਨੇ, ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਬੀਜੇਪੀ ਦੀ ਲਾਈਨ ਟੋ ਕਰ ਰਹੇ ਨੇ। ਉਹ ਥਵਾਟ ਕਰਨਾ ਚਾਹੁੰਦੇ ਨੇ ਕਿਸਾਨਾਂ ਦੇ ਅੰਦੋਲਨ ਨੂੰ, ਬੀਜੇਪੀ ਟੋਰਪੀਡੋ ਕਰਨਾ ਚਾਹੁੰਦੇ ਨੇ। ਉਹਨਾਂ ਦਾ ਸਮਰਥਨ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ। ਨਹੀਂ ਤਾਂ ਬਤੌਰ ਚੀਫ ਮਿਨਿਸਟਰ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ, ਕਿਉਂਕਿ ਤੁਸੀਂ ਮੈਨੂੰ ਦੱਸੋ ਨਾ ਕਿ ਕਰੋਨਾ ਪਾਕਟਸ ਵਿੱਚ ਥੋੜੋ ਆ, ਕਰੋਨਾ ਕੋਈ ਕਿਸੇ ਲੋਕਰਸ ਵਿੱਚ ਥੋੜੋ ਬੰਦ ਹੈ ਕਿ ਇਸ 'ਚ ਹੈਗਾ ਇਸ 'ਚ ਨਹੀਂਗਾ। ਅਗਰ ਬਿਹਾਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਇਕੱਠ ਹੋ ਸਕਦੇ ਤਾਂ ਉੱਥੇ ਕਰੋਨਾ ਨਹੀਂਗਾ। ਹਰਿਆਣੇ ਦੇ ਵਿੱਚ ਜਿਮਨੀ ਚੋਣ ਹੋਈ ਆ, ਬੜੌਦਾ ਦੇ ਵਿੱਚ, ਉੱਥੇ ਕਰੋਨਾ ਨਹੀਂਗਾ। ਸਾਰੇ ਦੇਸ਼ ਵਿੱਚ ਜਿਮਨੀ ਚੋਣਾਂ ਹੋਈਆਂ, ਹਜ਼ਾਰਾਂ ਲੱਖਾਂ ਦੇ ਇਕੱਠ ਹੋਏ, ਉੱਥੇ ਕਰੋਨਾ ਨਹੀਂਗਾ। ਤੇ ਇਕੱਲੇ ਦਿੱਲੀ ਵਿੱਚ ਕਰੋਨਾ ਆ ਗਿਆ ਵਾ। ਇਹਦਾ ਕੋਈ ਮਸਲਾ ਹੱਲ ਲੱਭ ਸਕਦੇ ਸੀਗੇ, ਜਾਂ ਉਹਨਾਂ ਨੂੰ ਕੋਈ ਸਪੈਸ਼ਲ ਏਰੀਆ ਮਾਰਕ ਕਰ ਦਿੰਦੇ ਕਿ ਤੁਸੀਂ ਇੱਥੇ ਆ ਕੇ ਆਪਣੀ ਗੱਲ ਕਰ ਸਕਦੇ ਹੋ। ਇਸ ਲਈ ਮੈਂ ਸਮਝਦਾ ਗਲਤ ਗੱਲ ਹੈ ਉਹਨਾਂ ਦੀ। ਦੇਖੋ, ਜਿਹੜੇ ਇੱਥੋਂ ਦੇ ਉਹਨਾਂ ਦੇ ਆਗੂ ਨੇ, ਮੈਂ ਕੁਝ ਉਹਨਾਂ ਦੀਆਂ ਤਕਰੀਰਾਂ ਸੁਣੀਆਂ ਨੇ, ਉਹ ਤਾਂ ਬਚਕਾਨਾ ਗੱਲਾਂ ਹੋ ਗਈਆਂ। ਤੁਸੀਂ 5 ਦਿਨ ਕਹਿ ਰਹੇ ਹੋ ਨਾ, ਉਹ 5 ਦਿਨ ਨਹੀਂ, ਉਹ ਕਹਿੰਦੇ 5 ਮਿੰਟ 'ਚ ਕਰ ਦਿਆਂਗੇ। ਹਾਂਜੀ, 5 ਮਿੰਟ ਵਿੱਚ MSP ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇ ਸਕਦੀ ਆ? ਜਿਹੜੀ ਸਟੇਟ ਪੌਣੇ 3 ਲੱਖ ਕਰੋੜ ਦੀ ਕਰਜ਼ਈ ਆ, ਜੇ ਸਟੇਟ ਦਾ ਸਾਲਾਨਾ ਬਜਟ ਸਿਰਫ 1.5 ਲੱਖ ਕਰੋੜ ਆ, ਅਗਰ ਕੱਲੇ ਕਣਕ ਤੇ ਝੋਨੇ ਦੀ MSP ਕੈਲਕੂਲੇਟ ਕਰੀਏ ਤਾਂ 65,000 ਕਰੋੜ ਰੁਪਏ ਦੀ ਆ। ਉਹ ਕਹਿੰਦੇ ਅਸੀਂ ਸਾਰੀਆਂ ਫਸਲਾਂ ਤੇ ਦੇਵਾਂਗੇ। ਇਹਦਾ ਮਤਲਬ ਫਿਰ ਗੰਨੇ ਤੇ ਵੀ ਦੇਣਗੇ, ਮੱਕੀ ਤੇ ਵੀ ਦੇਣਗੇ, ਸਬਜ਼ੀਆਂ ਤੇ ਵੀ ਦੇਣਗੇ, ਫਲ ਫਰੂਟਾਂ ਤੇ ਵੀ ਦੇਣਗੇ। ਇਹਦਾ ਮਤਲਬ ਸਾਡੇ ਸਾਰਾ ਜਿਹੜਾ ਬਜਟ ਆ ਉਹ ਸਿਰਫ MSP ਚਲੇਗਾ। ਦੈਨ ਵਾਟ ਅਬਾਊਟ ਐਜੂਕੇਸ਼ਨ, ਵਾਟ ਅਬਾਊਟ ਹੈਲਥ ਕੇਅਰ, ਵਾਟ ਅਬਾਊਟ ਇੰਡਸਟਰੀ, ਵਾਟ ਅਬਾਊਟ ਇੰਪਲੋਇਮੈਂਟ, ਵਾਟ ਅਬਾਊਟ ਇਨਫਰਾਸਟਰਕਚਰਲ ਬਿਲਡਿੰਗ? ਇਸ ਲਈ ਕੁਝ ਗੱਲਾਂ ਉਹ ਮੈਂ ਸਮਝਦਾ ਬੇਤੁਕੀਆਂ ਕਰਦੇ ਨੇ, ਉਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਹਾਂ, ਦਿੱਲੀ ਵਿੱਚ ਸਾਨੂੰ ਕਰਕੇ ਦਿਖਾ ਦੇਣ ਕਿ ਤੁਸੀਂ ਕਹਿੰਦੇ ਪੰਜਾਬ 'ਚੋਂ ਬਹੁਤ ਹਜ਼ਾਰਾਂ ਟਨ ਸਬਜ਼ੀ ਫਲ ਫਰੂਟ ਜਾਂਦੇ ਨੇ, ਉੱਥੇ MSP ਦੇਣ ਪਹਿਲਾਂ। ਇਸ ਕਰਕੇ ਕੁਝ ਗੱਲਾਂ ਸਿਰਫ ਇਮੈਚੋਰਿਟੀ ਵਿੱਚੋਂ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇਗੇ। ਉਹਨਾਂ ਨੂੰ ਗੱਲ ਉਹ ਕਰਨੀ ਚਾਹੀਦੀ ਜਿਹੜੀ ਆਪਾਂ ਗੱਲ ਪੁਗਾ ਸਕੀਏ। ਉਹਦੇ ਨਾਲੋਂ ਵੀ ਜ਼ਿਆਦਾ ਬੇਤੁਕਾ ਵਾ, ਬਿਕੋਜ਼ ਪੈਸੇ ਤੋਂ ਬਗੈਰ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ। ਉਹ ਤਾਂ ਚਲੋ ਇਲੈਕਸ਼ਨ ਵੇਲੇ ਸਲੋਗਨਸ ਲਾ ਦਿੰਦੀਆਂ ਪਾਰਟੀਆਂ ਕਿ ਅਸੀਂ ਫਲਾਣੇ ਨੂੰ ਫੜ ਕੇ ਦੇ ਦੇਵਾਂਗੇ, ਅਸੀਂ ਇਹ ਫਲਾਨਾ ਨਸ਼ੇ ਦਾ ਮਾਫੀਆ, ਹਾਲਾਂਕਿ ਉੱਤੇ ਮਾਫੀ ਮੰਗ ਗਏ ਸੀਗੇ। ਪਰ ਇਹ ਜਿਹੜਾ ਉਹਨਾਂ ਦਾ ਬਿਆਨ ਹੈ, ਇਹ ਡਜ਼ ਨਾਟ ਸ਼ੋ ਐਨੀ ਸੌਰਟ ਆਫ ਪੋਲੀਟੀਕਲ ਮੈਚਿਓਰਿਟੀ, ਕਹਿ ਲਓ, ਐਨੀ ਸੌਰਟ ਆਫ ਐਕਸਪੀਰੀਅੰਸ। ਇਸ ਤਰ੍ਹਾਂ 5 ਮਿੰਟ ਵਿੱਚ ਕੌਣ ਕਰ ਸਕਦਾ ਜੀ? ਜੇ 5 ਮਿੰਟ ਵਿੱਚ ਹੁੰਦਾ ਤਾਂ ਫਿਰ ਪੰਜਾਬ ਅੱਜ ਇਹਨਾਂ ਕ੍ਰਾਈਸਿਸ ਵਿੱਚ ਕਿਉਂ ਹੁੰਦਾ ਜੀ? ਗਲਤ ਗੱਲ ਹੈ। ਮੈਂ ਸਮਝਦਾ ਕਿ ਬਾਹਰੋਂ ਆਣ ਕੇ ਜਿਹੜਾ ਫਸਲ ਵੇਚੀ ਉਹਨਾਂ ਦੇ ਖਿਲਾਫ ਸਖਤ ਕ੍ਰਿਮੀਨਲ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਕਿਸਾਨ ਦੀ ਫਸਲ ਜਿਹੜੀ ਮਾਰਕੀਟ ਕਲੋਜ਼ ਡਾਊਨ ਕਰਤੀ ਪੰਜਾਬ ਗਵਰਨਮੈਂਟ ਨੇ, ਉਹਦੇ ਕਰਕੇ ਕਈਆਂ ਦੀ, ਮੇਰੇ ਆਪਣੇ ਕਨਸਟੀਟੂਐਂਸੀ 'ਚ ਮੈਨੂੰ ਫੋਨਸ ਆਏ ਨੇ। ਹਾਲਾਂਕਿ ਅਸੀਂ ਚਲੋ ਕੁਝ ਮੈਨੇਜ ਕਰਕੇ ਉਹਨਾਂ ਨੂੰ ਕਹਿਤਾ, ਫੂਡ ਸਿਵਲ ਸਪਲਾਈਜ਼ ਵਾਲਿਆਂ ਨੂੰ ਕਿ ਇਹਨਾਂ ਦੀ ਖਰੀਦ ਤੁਸੀਂ ਪਾ ਲਓ, ਪਰ ਬਾਹਰੋਂ ਆਉਣੀ ਫਸਲ ਜਿਹੜੀ ਆ ਉਹ ਗਲਤ ਗੱਲ ਆ ਔਰ ਉਹਨੂੰ ਪੰਜਾਬ ਸਰਕਾਰ ਨੂੰ ਡਟ ਕੇ ਰੋਕਣਾ ਚਾਹੀਦਾ। ਬਿਲਕੁਲ, ਪੰਜਾਬ ਗਵਰਨਮੈਂਟ ਨੂੰ ਇਹਨੂੰ ਡਟ ਕੇ ਡਿਫੈਂਡ ਕਰਨਾ ਚਾਹੀਦਾ। ਨਾਲੇ ਇੱਕ ਪਾਸੇ ਆਪਾਂ ਕਹਿੰਦੇ ਕਿ ਇੱਕ ਦੇਸ਼ ਇੱਕ ਮੰਡੀ, ਤੇ ਖਾਦ ਨੂੰ ਤੁਸੀਂ ਹਰਿਆਣੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਗਰ ਚਲਾਨ ਕਰਦੇ ਹੋ ਉਹਦਾ ਕੀ ਤੁਕ ਬਣਦੀ ਹੈ? ਇਹਦਾ ਮਤਲਬ ਤੁਸੀਂ ਆਪਣੇ ਹੀ ਬਣਾਏ ਕਾਨੂੰਨ ਨੂੰ, ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਅਮੈਂਡ ਕੀਤਾ, ਉਹਨਾਂ ਨੇ ਤਾਂ ਕਹਿਤਾ ਜਿਹੜਾ ਮਰਜ਼ੀ ਜਿੰਨੀ ਮਰਜ਼ੀ ਸਟਾਕ ਕਰ ਸਕਦਾ ਵਾ, ਤੇ ਸਿਰਫ ਆਪਣੀ ਫਸਲ ਦੀ ਨੂੰ ਬੀਜਣ ਵਾਸਤੇ ਅਗਰ ਕੋਈ ਯੂਰੀਆ ਲੈ ਕੇ ਆ ਰਹੇ, ਉਹਨਾਂ ਤੇ ਜਿਹੜੇ ਪਰਚੇ ਹੋਏ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦਾ ਪੱਖ ਲੈ ਕੇ ਤੇ ਹਰਿਆਣੇ ਦੀ ਸਰਕਾਰ ਦੇ ਨਾਲ ਠੋਸ ਗੱਲ ਕਰਨੀ ਚਾਹੀਦੀ। ਦੇਖੋ, ਮੈਂ ਸਮਝਦਾ ਕਿ ਇੱਕ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਜਿਹੜਾ ਨਾ, ਇਹ ਡੈਫੀਨੇਟਲੀ ਸਿਆਸਤ ਤੋਂ ਪ੍ਰੇਰਿਤ ਆ, ਕਿਉਂਕਿ ਪਿਛਲੇ ਕਾਫੀ ਅਰਸੇ ਤੋਂ ਕਿਸਾਨ ਪੰਜਾਬ ਦੇ ਸੜਕਾਂ ਤੇ ਲੱਖਾਂ ਦੀ ਤਾਦਾਦ ਵਿੱਚ ਸੰਘਰਸ਼ ਕਰ ਰਹੇ ਸੀਗੇ। ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹੜੀ ਕਿ ਸੁਖਬੀਰ ਸਿੰਘ ਬਾਦਲ ਦੇ ਅਧੀਨ ਆ, ਉਹਨਾਂ ਨੇ ਕਿੰਨਾ ਕੁ ਲੰਗਰ ਤੇ ਦੂਸਰੀਆਂ ਵਸਤੂਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਨੇ। ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਕਿਤੇ ਨਾ ਕਿਤੇ ਕਿ ਕਿਸਾਨਾਂ ਤੋਂ ਦਿੱਲੀ ਦਾ ਪਹੁੰਚ ਨਹੀਂ ਹੋਣਾ, ਇਸ ਲਈ ਮੈਂ ਆਪਣੇ ਦਿੱਲੀ ਦੇ ਪ੍ਰਧਾਨ ਨੂੰ ਇੱਕ ਲਫ਼ਜ਼ੀ ਬਿਆਨ ਜਾਰੀ ਕਰਦਿਆਂ ਕਿ ਜਿਹੜੇ ਵੀ ਕਿਸਾਨ ਦਿੱਲੀ ਹੋਣਗੇ ਉਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਪ੍ਰਬੰਧ ਕਰਨਾ। ਇਹੀ ਤਾਂ ਹੁਸ਼ਿਆਰੀਆਂ ਨੇ ਇਹਨਾਂ ਨੂੰ ਮਾਰਿਆ ਵਾ।
ਅਗਰ ਇਦਾਂ ਦੀਆਂ ਹੁਸ਼ਿਆਰੀਆਂ ਨਾ ਕਰਦੇ, ਜੈਨੂਅਨ ਪੋਲੀਟੀਕਲ ਲਾਈਨ ਲੈਂਦੇ, ਆਰਡੀਨੈਂਸਸ ਨੂੰ ਟਾਈਮ ਸਿਰ ਪੜ੍ਹ ਕੇ ਅਸਤੀਫਾ ਦੇ ਦਿੰਦੇ, ਸਮੇਂ ਸਿਰ ਲੋਕਾਂ ਨੂੰ ਵਾਰਨ ਕਰ ਦਿੰਦੇ, ਅੱਜ ਅਕਾਲੀ ਦਲ ਦਾ ਇਹ ਹਸ਼ਰ ਨਹੀਂ ਸੀ ਹੋਣਾ ਜਿਹੜਾ ਇਸ ਵਕਤ ਅਕਾਲੀ ਦਲ ਦਾ ਹਸ਼ਰ ਹੈ। ਮੇਰਾ ਖਿਆਲ ਤਾਂ ਪੰਜਾਬ ਦੇ ਜਿਹੜੇ ਬਹਾਦਰ ਲੋਕ ਨੇ, ਜਦੋਂ ਕੋਈ ਟੀਚਾ ਮਿੱਥ ਲੈਂਦੇ ਨੇ, ਉਹ ਦਿੱਲੀ ਛੱਡ ਕੇ ਤੇ ਜਿੱਥੇ ਵੀ ਜਾਣਾ ਚਾਹਣਗੇ ਪਹੁੰਚਣਗੇ ਜ਼ਰੂਰ, ਭਾਵੇਂ ਥੋੜੇ ਪਹੁੰਚਣ। ਇੱਕ ਗੱਲ ਅਵਸ਼ ਹੈ ਕਿ ਪੰਜਾਬ ਦੇ ਲੋਕ ਦਿੱਲੀ ਜਿਹੜਾ ਉਹਨਾਂ ਨੇ ਟੀਚਾ ਮਿਥਿਆ ਵਾ ਉੱਥੇ ਜ਼ਰੂਰ ਪਹੁੰਚਣਗੇ। ਅਸੀਂ ਤਾਂ ਜਾਵਾਂਗੇ ਜੀ, ਅਸੀਂ ਤਾਂ ਨਾਲ ਮੁਦਈ ਹਾਂ ਜੀ। ਅਸੀਂ ਇੱਕ ਤਾਂ ਆਪਣੇ ਜਿੰਨਾ ਸਾਡੇ, ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਸਾਡੇ ਪਾਰਟੀ ਦੇ ਨਾਲ ਕਨੈਕਟਡ ਸ਼ੁਭ ਚਿੰਤਕ ਸਭ ਨੂੰ ਅਸੀਂ ਮੈਸੇਜ ਲਾ ਦਿੱਤਾ ਵਾ। ਅਸੀਂ ਆਪਣੇ ਤੌਰ ਦੇ ਉੱਤੇ 25 ਤਾਰੀਖ ਨੂੰ 2 ਸਟੇਸ਼ਨਸ ਨੇ ਸਾਡੇ, ਨਹੀਂ ਮੇਨਲੀ ਆਈ ਵੁੱਡ ਸੇ ਕਿ ਅਸੀਂ ਜਿਹੜਾ ਪ੍ਰੋਟੈਸਟ ਹੋਊਗਾ ਉਹਨਾਂ ਦਾ ਕਿਸੇ ਵੀ ਬਾਰਡਰ ਤੇ ਜਿੱਥੇ ਕਿਸਾਨਾਂ ਨੂੰ ਰੋਕਿਆ ਜਾਊ, ਕਿਸਾਨਾਂ ਦੇ ਨਾਲ ਹੀ ਜਾਵਾਂਗੇ ਦਿੱਲੀ ਨੂੰ। ਜੇ ਦਿੱਲੀ ਜਾਣ ਦੇ ਤਾਂ ਦਿੱਲੀ ਜਾਵਾਂਗੇ, ਜੇ ਰਾਹ 'ਚ ਰੋਕਦੇ ਨੇ ਤਾਂ ਉਹਨਾਂ ਦਾ ਸਾਥ ਦੇਵਾਂਗੇ। ਤੁਸੀਂ ਇੱਕ ਰੂਟ ਤੋਂ ਹੀ ਨਿਕਲੋਗੇ, ਮਤਲਬ ਕਿਸਾਨ ਤਾਂ 4-5 ਰੂਟ ਲੈ ਰਹੇ ਆ ਜੀ। ਅਸੀਂ ਆਈ ਥਿੰਕ ਕਿ ਅਸੀਂ ਸਾਰਿਆਂ ਨੂੰ ਪੰਜਾਬ ਦੇ ਬਾਰਡਰ ਦੇ ਉੱਤੇ ਮੈਸੇਜ ਲਾ ਰਹੇ, ਕਿਉਂਕਿ ਪੰਜਾਬ ਤੱਕ ਤਾਂ ਕੋਈ ਮਨਾਹੀ ਨਹੀਂ ਹੈਗੀ ਜੀ। ਦੇਖੋ, ਮੈਂ ਸਮਝਦਾ ਕਿ ਅੰਡਰ ਦ ਗਿਵਨ ਸਰਕਮਸਟੈਂਸਸ ਪੰਜਾਬ ਅਸੈਂਬਲੀ, ਮੈਂ ਕਿਉਂਕਿ ਅਸੀਂ ਉੱਥੇ ਆਪ ਵਿੱਚ ਸ਼ਾਮਲ ਸੀਗੇ, ਜੋ ਕੁਝ ਇਹਨਾਂ ਕਾਨੂੰਨਾਂ ਨੂੰ ਤਰਮੀਮ ਕਰਕੇ ਤੇ ਮਤਾ ਪਾਸ ਕਰ ਸਕਦੀ, ਦੇ ਹੈਵ ਟਰਾਈਡ ਦੇ ਬੈਸਟ। ਸਭ ਨੂੰ ਇਹ ਗੱਲ ਪਤਾ ਨਾ ਕਿ ਐਜ਼ ਪਰ ਦ ਲਾਅ ਕਨਸਟੀਟਿਊਸ਼ਨ ਆਫ ਇੰਡੀਆ, ਲੋਕ ਸਭਾ ਇਜ਼ ਸੁਪਰੀਮ, ਰਾਜ ਸਭਾ ਇਜ਼ ਸੁਪਰੀਮ, ਪ੍ਰੈਜ਼ੀਡੈਂਟ ਆਫ ਇੰਡੀਆ ਹੈਜ਼ ਗਿਵਨ ਅਸੈਂਟ ਟੂ ਦ ਬਿਲਸ। ਇਸ ਕਰਕੇ ਜੇ ਤੁਸੀਂ ਕਹੋ ਕਿ ਪੰਜਾਬ ਦੀ ਵਿਧਾਨ ਸਭਾ ਉਹਨਾਂ ਕਾਨੂੰਨਾਂ ਬਣਾਇਆ ਨੂੰ ਕੋਈ ਕਿਸੇ ਵੀ ਤਰੀਕੇ ਨਾਲ ਮੁੱਢੋਂ ਹੀ ਰੱਦ ਕਰ ਸਕਦੀ ਆ, ਉਹ ਗਲਤ ਗੱਲ ਸੀਗੀ। ਔਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਨਾਲ ਧੋਖਾ ਹੋ ਗਿਆ ਜੀ, ਬਾਅਦ ਵਿੱਚ ਰਿਅਲਾਈਜ਼ ਕੀਤਾ, ਮੇਰੀ ਉਹਨਾਂ ਨੂੰ ਹੈਗੀ ਆ ਇਹ ਸਲਾਹ ਵਾ ਕਿ ਤੁਸੀਂ ਦਿੱਲੀ ਵਿਧਾਨ ਸਭਾ 'ਚ ਕੇਜਰੀਵਾਲ ਨੂੰ ਕਹੋ ਕਿ ਕਾਨੂੰਨ ਲਿਆਵੇ ਤਕੜੇ। ਸੁਪਰੀਮ ਕੋਰਟ ਦੇ ਵਕੀਲ ਵੀ ਬੜੇ ਉਹਨਾਂ ਦੇ ਕੋਲ ਅੱਛੇ ਨੇ, ਉਹਨਾਂ ਕੋਲ ਚੰਗੇ ਮਾਹਰ ਹੋਣਗੇ, ਦਿੱਲੀ 'ਚ ਲੋਕਾਂ ਨੂੰ ਅਕਲ ਵੀ ਜ਼ਿਆਦਾ ਇੱਥੇ ਪੰਜਾਬ ਨਾਲੋਂ ਕਹਿੰਦੇ ਨੇ, ਤਾਂ ਉਹਨਾਂ ਨੂੰ ਲਿਆ ਕੇ ਤੇ ਕਾਨੂੰਨ ਬਣਾ ਦੇਣ ਜਿਹੜੇ ਪੰਜਾਬ ਨਹੀਂ ਬਣਾ ਸਕਿਆ, ਤਗੜੇ ਹੋ ਕੇ ਬਣਾ ਕੇ ਦੇਣ, ਮਤਾ ਪਾਸ ਕਰਨ। ਅਸੀਂ ਸਪੋਰਟ ਕਰਾਂਗੇ। ਅਸੀਂ ਪੰਜਾਬ 'ਚ ਅਮਰਿੰਦਰ ਸਿੰਘ ਨੂੰ ਕਵਾਂਗੇ ਕਿ ਇਹੀ ਕਾਨੂੰਨ ਪੰਜਾਬ ਦੀ ਵਿਧਾਨ ਸਭਾ 'ਚ ਲਾਗੂ ਕਰ ਦਿਓ ਜਿਹੜੇ ਦਿੱਲੀ ਵਾਲਿਆਂ ਨੇ ਬਣਾਏ ਨੇ, ਤੇ ਆਪਾਂ ਦੋਗਲੀ ਨੀਤੀ ਨਾ ਕਰੀਏ। ਦੇਖੋ, ਇਹ ਉਹਨਾਂ ਦਾ ਆਪਣਾ ਪੱਖ ਹੋ ਸਕਦਾ ਵਾ, ਪਰ ਡੈਫੀਨੇਟਲੀ ਇਕੱਲਾ ਮਤਾ ਪਾਸ ਕਰਨਾ ਵੀ ਬਹੁਤ ਵੱਡੀ ਗੱਲ ਹੈ ਜੀ। ਇਕੱਲਾ ਮਤਾ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਇਹ ਸੁਣਿਆ ਦੇਣਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਗੇ, ਅਸੀਂ ਤੁਹਾਡੇ ਇਹ ਸਾਰੇ ਕਾਨੂੰਨਾਂ ਨੂੰ ਰੱਦ ਕਰਦੇ ਹਾਂ, ਇਹ ਆਪਣੇ ਆਪ ਵਿੱਚ ਇੱਕ ਪੰਜਾਬ ਦੀ ਇੱਕ ਅਚੀਵਮੈਂਟ ਮੈਂ ਕਹਿ ਸਕਦਾ। ਮੈਂ ਕਿਸੇ ਪਾਰਟੀ ਦਾ ਮੁਦਈ ਨਹੀਂ ਗਾ, ਔਰ ਦਿੱਲੀ ਵੀ ਅਸੀਂ ਗਏ ਹਾਂ, ਅਸੀਂ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ, ਇਹ ਤਾਂ ਸਿਰਫ ਗਵਰਨਰ ਨੂੰ ਫੋਟੋਆਂ ਖਿਚਾ ਕੇ ਮੁੜਿਆ ਨੇ, ਅਸੀਂ ਤਾਂ ਉੱਥੇ ਤੱਕ ਗਏ ਹਾਂ, ਆਪਣਾ ਪੱਖ ਰੱਖਿਆ ਵਾ, ਔਰ ਉੱਥੇ ਸਾਰੀ ਗੱਲ ਕਹੀ ਆ ਕਿ ਅਸੀਂ, ਔਰ ਅੱਜ ਵੀ ਮੇਰੀ ਸਭ ਨੂੰ ਅਪੀਲ ਆ ਕਿ ਇਹ ਇਸ਼ੂ ਇਹੋ ਜਿਹਾ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਕਿਸਾਨੀ, ਇਹਨੂੰ ਨਾ ਤੁਸੀਂ ਵੋਟਾਂ ਨਾਲ ਕਨੈਕਟ ਨਾ ਕਰੋ, ਇਕੱਠੇ ਹੋਵੋ ਸਾਰੇ ਜਾਣੇ, ਔਰ ਸਾਰੇ ਤਗੜੇ ਹੋ ਕੇ ਪੰਜਾਬ ਦਾ ਐਡਾ ਪ੍ਰੈਸ਼ਰ ਬਣਾਓ ਦਿੱਲੀ ਤੇ ਕਿ ਉਹਨਾਂ ਨੂੰ ਝੁਕਣਾ ਪਵੇ। ਵਰਨਾ ਜਦੋਂ ਤੁਸੀਂ ਆਪਸ ਵਿੱਚੋਂ ਪਾਟਦੇ ਹੋ, ਇਹੀ ਤਾਂ ਬੀਜੇਪੀ ਚਾਹੁੰਦੀ ਆ ਕਿ ਖਿੱਲਰ ਜਾਣ, ਜਿਹੜੀਆਂ ਪੁਰਾਣੀ ਅੰਗਰੇਜ਼ਾਂ ਦੀ ਪਾਲਿਸੀ ਸੀ ਡਿਵਾਈਡ ਐਂਡ ਰੂਲ, ਕਿ ਇਹ ਖਿੱਲਰ ਜਾਣ ਤੇ ਅਸੀਂ ਆਪਣੇ ਕੰਮ ਬੜੇ ਆਰਾਮ ਦੇ ਨਾਲ ਆਸਾਨੀ ਨਾਲ ਕਰੀ ਚੱਲੀਏ। ਮੈਂ ਦੇਖਿਆ ਪੜਿਆ, ਇਹ ਸੁਖਬੀਰ ਸਿੰਘ ਬਾਦਲ ਨੇ ਵਜ਼ਾਹਤ ਕੀਤੀ ਆ ਕਿ ਇੱਕ ਪ੍ਰਿੰਸੀਪਲ ਯਾਰਡ ਡਿਕਲੇਅਰ ਕਰ ਦਿਓ ਪੰਜਾਬ ਨੂੰ। ਦੇਖੋ, ਇਹਦਾ ਇੱਕ ਸਿੱਧਾ ਇਫੈਕਟ ਇਹ ਹੋ ਸਕਦਾ ਕਿ ਜਿੱਦਣ ਪੰਜਾਬ ਨੂੰ ਅਸੀਂ ਕਹਿ ਦਈਏ ਕਿ ਸਾਰੀ ਸਟੇਟ ਡਿਕਲੇਅਰ ਕਰਤਾ, ਉਦਣ ਜਿਹੜਾ ਵੀ ਕੋਈ ਕੰਮ ਕਰੂਗਾ ਕਿਸਾਨ, ਘਰ ਬੈਠਾ ਕਰਦਾ, ਇੱਧਰ ਕਰਦਾ, ਉੱਧਰ ਕਰਦਾ, ਹੀ ਵਿਲ ਬੀ ਲਾਇਬਲ ਟੂ ਟੈਕਸੇਸ਼ਨ, ਨੰਬਰ 1। ਨੰਬਰ 2, ਗਵਰਨਮੈਂਟ ਆਫ ਇੰਡੀਆ ਕਹਿ ਦੂ ਚੰਗਾ ਜੀ ਤੁਸੀਂ ਹੁਣ ਆਪਣੀ ਪੂਰੀ ਮੰਡੀ ਤਾਂ ਬਣਾ ਹੀ ਲਈ ਆ, ਤੇ ਕਣਕ ਤੇ ਝੋਨੇ ਦੀ ਕੁੱਲ ਫਸਲ ਆਪੇ ਹੀ ਸਾਂਭ ਲਓ, ਆਪੇ ਹੀ ਖਰੀਦ ਲਓ ਤੇ ਆਪੇ ਹੀ ਉਹਨੂੰ ਸਟੋਰ ਕਰ ਲਓ। ਪੰਜਾਬ ਕੋਲ ਤਾਂ ਸਟੋਰੇਜ ਕੈਪੈਸਿਟੀ ਨਹੀਂ ਹੈ, ਨਹੀਂ ਜਿੰਨਾ ਕਿੰਨੇ ਲੱਖ ਮੈਟ੍ਰਿਕ ਟਨ ਝੋਨਾ, ਕਿੰਨੇ ਲੱਖ ਮੈਟ੍ਰਿਕ ਟਨ ਕਣਕ ਸਾਰੇ ਦੇਸ਼ ਦੇ ਗੋਦਾਮਾਂ ਵਿੱਚ ਨਹੀਂ ਫਿੱਟ ਆਉਂਦੀ, ਤੇ ਕੀ ਇਕੱਲਾ ਪੰਜਾਬ ਕਰ ਦੇਗਾ। ਤਾਈਓ ਮੈਂ ਕਹਿੰਦਾ ਕਿ ਕੁਝ ਚੰਗੇ ਭਲੇ ਜਿਹੜੇ ਜ਼ਿੰਮੇਵਾਰ ਸਿਆਸਤਦਾਨ ਨੇ ਉਹ ਇੰਪ੍ਰੈਕਟੀਕਲ ਜੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਦੀ ਕੋਈ ਤੁੱਕ ਨਹੀਂ ਬਣਦੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।